Morning students, welcome to class. You are all welcome to your academy YouTube channel. Before I start the class, please don't forget to subscribe this channel. I hope you all would be fine and safe at home. So today I am going to start supplementary book chapter number 2. The name of the chapter is half rupee worth. I repeat, half rupee worth. This is a short story. This short story is written by R.K. Narayan. R.K. Narayan, one of the prominent Indian author. He gave a very beautiful description of money making. ਉਹਨਾਂ ਨੇ ਇਸ ਚੈਪਟਰ ਦੇ ਵਿੱਚ ਲਾਲਚ ਦੇ ਉੱਪਰ ਇੱਕ ਜਿਹੜਾ ਵਿਅੰਗ ਜੋ ਹੈ ਉਹ ਕੱਸਿਆ ਹੋਇਆ ਹੈ। ਉਸ ਨੂੰ ਅਸੀਂ ਅੱਗੇ ਲਿਜਾਂਦੇ ਹੋਏ ਇਸ ਚੈਪਟਰ ਨੂੰ ਪੜਾਂਗੇ। ਐਕਚੁਅਲੀ ਦਿਸ ਇਜ਼ ਅ ਸਟੋਰੀ ਆਫ ਅ ਰਾਈਸ ਮਰਚੈਂਟ ਨੇਮ ਕਾਲਡ ਸੁਬਿਆ। ਸੁਬਿਆ ਜੋ ਹੈ ਇੱਕ ਚੌਲਾਂ ਦਾ ਵਪਾਰੀ ਹੈ ਜੋ ਕਿ ਆਪਣੇ ਵਪਾਰ ਨੂੰ ਵਧਾਉਣ ਵਾਸਤੇ ਕਈ ਤਰ੍ਹਾਂ ਦੀ ਬੇਈਮਾਨੀ ਕਰਦਾ ਹੈ, ਕਈ ਤਰ੍ਹਾਂ ਦੇ ਹੱਥ ਕੰਡੇ ਅਪਣਾਉਂਦਾ ਹੈ, ਬਹੁਤ ਕੁਛ ਧਨ ਦੌਲਤ ਜਿਹੜਾ ਹੈ ਉਹ ਇਸ ਵਪਾਰ ਦੇ ਦੁਆਰਾ ਜਿਹੜਾ ਹੈ ਉਹ ਜੋੜਦਾ ਹੈ। ਪਰ ਅਸੀਂ ਵੇਖਣਾ ਹੈ ਕਿ ਅੰਤ ਵਿੱਚ ਉਹਦਾ ਕੀ ਹੁੰਦਾ ਹੈ। ਲੈਟ ਇਟ ਬੀ ਸਸਪੈਂਸ। ਅੰਤ ਵਿੱਚ ਕੀ ਹੁੰਦਾ ਹੈ ਅਜੇ ਮੈਂ ਨਹੀਂ ਦੱਸਾਂਗਾ। ਆਪਾਂ ਉਹਦੇ ਲਾਲਚ ਨੂੰ ਵੇਖਾਂਗੇ ਕਿ ਕਿਸ ਹੱਦ ਤੱਕ ਉਹਦਾ ਲਾਲਚ ਜਾਂਦਾ ਹੈ ਜਾਂ ਕਿ ਕਿਹੜੇ ਹੱਥ ਕੰਡੇ ਅਪਣਾਉਂਦਾ ਹੈ, ਕੀ ਹੁੰਦਾ ਹੈ। ਐਟ ਦ ਐਂਡ ਆਫ ਦਾ ਸਟੋਰੀ ਵੀ ਵਿਲ ਸੀ। ਬਿਫੋਰ ਆਈ ਐਕਸਪਲੇਨ ਦ ਚੈਪਟਰ, let me explain some word meanings. We will do some word meanings are here. Survive. Survive mean ਜਿਉਂਦੇ ਰਹਿਣਾ। Next is garb. Garb means ਸਾਡੀ ਦਿੱਖ, ਸਾਡਾ ਪਹਿਰਾਵਾ ਜਿਹੜਾ ਅਸੀਂ ਪਾਉਂਦੇ ਹਾਂ। groan, ਦਰਦ ਨਾਲ ਕਰਾਉਣਾ। peasants, ਕਿਸਾਨ। atrocious, atrocious mean ਜ਼ਾਲਮ ਜਾਂ ਅਤਿਆਚਾਰੀ। ਸਕਰੀਨ, ਸਕਰੀਨ ਦਾ ਮਤਲਬ ਇੱਥੇ ਜੋ ਦੱਸਿਆ ਗਿਆ ਹੈ ਉਹ ਇਹ ਹੈ ਕਿ ਆਪਣੇ ਆਪ ਨੂੰ ਸੁਰੱਖਿਅਤ ਕਰ ਲੈਣਾ। ਨੈਕਸਟ ਇਜ਼ ਬੂਨ। ਬੂਨ ਦਾ ਮਤਲਬ ਹੈ ਵਰਦਾਨ। ਡੈਫਟ, ਡੈਫਟ ਦਾ ਇੱਥੇ ਜੋ ਮਤਲਬ ਨਿਕਲ ਰਿਹਾ ਹੈ ਇਸ ਚੈਪਟਰ ਦੇ ਵਿੱਚ ਉਹ ਹੈ ਵਿਟੀ। ਵਿਟੀ ਮੀਨ ਚਲਾਕ, ਮੁਹਾਰਤ, ਆਪਣੇ ਕੰਮ ਵਿੱਚ ਮੁਹਾਰਤ ਹਾਸਲ ਕਰਨ ਵਾਲਾ, ਚੁਸਤ ਜਾਂ ਨਿਪੁੰਨ ਜਿਹਨੂੰ ਆਪਾਂ ਕਹਿੰਦੇ ਹਾਂ। ਅਕਮੂਲੇਟ, ਅਕਮੂਲੇਟ ਦਾ ਮਤਲਬ ਇੱਥੇ ਜੋ ਬਣਦਾ ਹੈ ਉਹ ਹੈ ਇਕੱਠਾ ਕਰਨਾ। ਵਾਸਟ, ਨੈਕਸਟ ਜੋ ਵਰਡ ਹੈ ਇੱਥੇ ਸਕਰੀਨ ਤੇ ਤੁਹਾਨੂੰ ਦਿਖਾਈ ਦੇ ਰਿਹਾ ਹੈ 10 ਨੰਬਰ ਤੇ, ਉਹ ਹੈ ਵਾਸਟ। ਵਾਸਟ ਦਾ ਜੋ ਮਤਲਬ ਬਣਦਾ ਹੈ ਉਹ ਹੈ ਵੱਡਾ, ਵਿਸ਼ਾਲ। ਕੌਂਟਨ, ਕਿਸੇ ਤੇ ਕਾਊਂਟ ਔਨ। ਕਾਊਂਟ ਔਨ ਦਾ ਮਤਲਬ ਹੁੰਦਾ ਵਾ ਕਿਸੇ ਤੇ ਰਿਲਾਈ ਕਰਨਾ ਜਾਂ ਕਿਸੇ ਤੇ ਭਰੋਸਾ ਕਰਨਾ। ਸਟਾਰਵਿੰਗ, ਸਟਾਰਵਿੰਗ ਦਾ ਮਤਲਬ ਜੋ ਹੈ ਚੈਪਟਰ ਦੇ ਅਕੋਰਡਿੰਗ ਜੋ ਨਿਕਲ ਰਿਹਾ ਇੱਥੇ ਉਹ ਹੈ ਭੁੱਖਮਰੀ ਜਾਂ ਭੁੱਖੇ ਮਰ ਰਹੇ। ਕੰਟੈਂਪਟ, ਆਪਣਾ ਆਖਰੀ ਜੋ ਸ਼ਬਦ ਇੱਥੇ ਹੈ ਉਹ ਹੈ ਕੰਟੈਂਪਟ। ਕੰਟੈਂਪਟ ਦਾ ਮਤਲਬ ਹੈ ਕਿਸੇ ਨੂੰ ਨਫ਼ਰਤ ਜਾਂ ਘ੍ਰਿਣਾ ਨਾਲ ਵੇਖਣਾ। So these are the meaning of the words.
Now we will see what the chapter is talk about. Half a rupee worth. I already told you that this is a story of a rich merchant called Subia. This is a story of a merchant Subia, who was a rich merchant of rice, who used to sell rice. He is very witty man. He is a cunning man. बहुत चलाक चुस्त वो इंसान है. Actually he got this profession as in his inherit ਮਿਰਾਸ ਦੇ ਵਿੱਚ. he got this from his forefathers. ਉਹਨੂੰ ਆਪਣੇ ਪੂਰਵਜਾਂ ਤੋਂ, ਆਪਣੇ ਪਿਓ ਦਾਦਿਆਂ ਤੋਂ ਜਿਹੜਾ ਹੈ ਇਹ ਜਿਹੜਾ ਵਪਾਰ ਜੋ ਹੈ ਉਹਨੂੰ ਮਿਲਿਆ ਹੋਇਆ ਹੈ. ਐਕਚੁਅਲੀ ਰਾਈਸ ਇਜ਼ ਇਨ ਹਿਜ਼ ਬਲੱਡ. ਚਾਵਲ ਜੋ ਆ ਉਹਦੇ ਖੂਨ ਦੇ ਵਿੱਚ ਹੀ ਆ. So thoroughly we will see what the author R.K. Narayan want to describe us. R.K. Narayan. R.K. Narayan, as we have already discussed, R.K. Narayan is the author of the story. He portrayed a very beautiful story of a merchant during the World War. So we will thoroughly see what he is talking about in the chapter. So let's start, students. Be attentive with me. If you have books, please open your books. If you don't have books, please look at the screen. I'm going to start to read the chapter. Subia sold rice at the market gate. Subia ਨਾਂ ਦਾ ਜਿਹੜਾ ਵਿਅਕਤੀ ਸੀ ਉਹ ਬਾਜ਼ਾਰ ਦੇ ਗੇਟ ਤੇ ਚਾਵਲ ਵੇਚਦਾ ਸੀ. In his shop you found heap in wicker baskets all varieties from pebbly coarse rice to Delhi Samba. ਉਹਦੀ ਦੁਕਾਨ ਤੇ ਹਰ ਤਰ੍ਹਾਂ ਦੇ ਜਿਹੜੇ ਚਾਵਲ ਦੇ ਢੇਰ ਤੁਹਾਨੂੰ ਟੋਕਰੀਆਂ ਦੇ ਵਿੱਚ ਲੱਗੇ ਦਿਖਾਈ ਦੇ ਸਕਦੇ ਸੀ. ਹਰ ਤਰ੍ਹਾਂ ਦੀ ਕਿਸਮ. ਕੰਕਰਾਂ ਵਾਲੇ ਜਿਹੜੇ ਚੌਲ ਹੁੰਦੇ ਆ ਉਹਨਾਂ ਤੋਂ ਲੈ ਕੇ ਦਿੱਲੀ ਦੇ ਸਾਂਭਾ ਚੌਲ ਜਿਹੜੇ ਬਹੁਤ ਚੰਗੀ ਵੈਰਾਈਟੀ ਦੇ ਜਿਹੜੇ ਚਾਵਲ ਹੁੰਦੇ ਆ ਉਹਨਾਂ ਦੇ ਵਰਗੇ, ਵਾਈਟ ਐਜ਼ ਜੈਸਮੈਨ ਐਂਡ ਸਲੈਂਡਰ ਐਜ਼ ਅ ਨੀਡਲ. ਕਲੀਆਂ ਵਰਗੇ ਚਿੱਟੇ ਅਤੇ ਸੂਈ ਵਰਗੇ ਬਰੀਕ. ਮੀਨਸ ਕਿ ਹਰ ਤਰ੍ਹਾਂ ਦੀ ਵੈਰਾਈਟੀ. So here we see one word, wicker. As we proceed along the explanation, we will see some words. Heaped. Heaped ਦਾ ਮਤਲਬ ਹੁੰਦਾ ਵਾ ਢੇਰ. ਕਿਸੇ ਚੀਜ਼ ਦਾ ਢੇਰ ਲਗਾ ਦੇਣਾ, ਦਾਣਿਆਂ ਦਾ ਢੇਰ ਲਗਾ ਦੇਣਾ ਜਾਂ ਕਪਾਹ ਦਾ ਢੇਰ ਲਗਾ ਦੇਣਾ. ਪੈਬਲੀ. ਪੈਬਲੀ ਦਾ ਮਤਲਬ ਹੁੰਦਾ ਹੈ ਕੰਕਰ, ਛੋਟੇ ਛੋਟੇ ਪੱਥਰ. ਜਿਵੇਂ ਕਿ ਆਪਾਂ ਹੁਣੇ ਵੇਖਿਆ ਸੀ ਕਿ ਉਹਦੇ ਕੋਲ ਛੋਟੇ ਕੰਕਰਾਂ ਵਾਲੇ ਪੱਥਰ ਮਿਲੇ. ਰਾਈਸ ਪੱਥਰਾਂ ਵਰਗੇ ਜਿਹੜੇ ਮਤਲਬ ਘਟੀਆ ਕੁਆਲਿਟੀ ਦੇ ਜਿਹੜੇ ਚਾਵਲ ਤੋਂ ਇਲਾਵਾ ਦਿੱਲੀ ਦੇ ਜਿਹੜੇ ਸੀਗੇ ਉਹ ਸਾਂਭਾ ਦਿੱਲੀ ਜਿਹੜੇ ਸੀ ਰਾਈਸ ਜਿਹੜੇ ਵਧੀਆ ਕੁਆਲਿਟੀ ਦੇ ਉਹ ਵੀ ਉਹਦੇ ਕੋਲ ਮਿਲਦੇ ਸਨ. ਹਿਸ ਸ਼ੌਪ ਵਾਸ ਸਟਫੀ ਐਂਡ ਡਾਰਕ. ਉਹਦੀ ਦੁਕਾਨ ਬਹੁਤ ਗਹਿਰੀ ਹੋਣ ਕਰਕੇ ਭਰੀ ਰਹਿੰਦੀ ਸੀ. ਸਟਫੀ ਮਤਲਬ ਭਰਿਆ ਰਹਿਣਾ ਕਿਸੇ ਚੀਜ਼ ਦੇ ਨਾਲ. ਡਾਰਕ ਮਤਲਬ ਗਹਿਰੀ ਸੀ. ਬਟ ਹੀ ਲਵਡ ਐਵਰੀ ਇੰਚ ਆਫ ਇਟ. ਉਹ ਹਰ ਇੱਕ ਇੰਚ, ਹਰੇਕ ਕੋਨੇ ਨਾਲ ਆਪਣੀ ਦੁਕਾਨ ਦੇ ਨਾਲ ਬਹੁਤ ਜ਼ਿਆਦਾ ਉਹ ਪਿਆਰ ਕਰਦਾ ਸੀ. ਹੀ ਲਵਡ ਦ ਸਮੈਲ ਆਫ ਗਨੀ ਸੈਕ. ਬੋਰੇ ਜਿਹੜੇ ਹੁੰਦੇ ਆ, ਬੋਰਿਆਂ ਦੀ ਜਿਹੜੀ ਉਹਦੀ ਖੁਸ਼ਬੂ ਜਿਹੜੀ ਸੀ ਉਹ ਉਹਨੂੰ ਬੜੀ ਪਸੰਦ ਸੀ. ਤੂੜੀ ਵਾਲੇ ਤੇ ਰਾਈਸ ਵਾਲੇ ਜਿਹੜੇ ਬੋਰੇ ਸੀ, ਆਫ ਰਾਈਸ ਐਂਡ ਹਸਕ.
ਤੂੜੀ ਵਾਲੇ ਤੇ ਰਾਈਸ ਵਾਲੇ ਜਿਹੜੇ ਬੋਰੇ ਸੀ ਉਸ ਦੀ ਉਹਨੂੰ ਖੁਸ਼ਬੂ ਜਿਹੜੀ ਸੀ ਉਹ ਬਹੁਤ ਜ਼ਿਆਦਾ ਪਸੰਦ ਕਰਦਾ ਸੀ। ਥਰੂ ਗੁੱਡ ਟਾਈਮਸ ਐਂਡ ਬੈਡ ਹੀ ਫਲੋਰਿਸਡ, ਚਾਹੇ ਚੰਗਾ ਟਾਈਮ ਹੁੰਦਾ ਚਾਹੇ ਮਾੜਾ ਹੁੰਦਾ, ਪਰ ਉਹ ਹਰ ਸਮੇਂ ਜਿਹੜਾ ਸੀਗਾ ਉਹਦਾ ਜਿਹੜਾ ਵਪਾਰ ਸੀਗਾ ਉਹ ਵੱਧਦਾ ਫੁੱਲਦਾ ਰਹਿੰਦਾ ਸੀਗਾ, ਖੁਸ਼ ਰਹਿੰਦਾ ਸੀ, ਉਹ ਫਲੋਰਿਸਡ ਰਹਿੰਦਾ ਸੀ। There were days of drought when paddy didn't come up and the rice mills were silenced। ਕਈ ਵਾਰ ਇਹੋ ਜਿਹੇ ਦਿਨ ਆ ਜਾਂਦੇ ਕਿ ਜਦੋਂ ਸੋਕਾ ਪੈ ਜਾਂਦਾ, ਜਦੋਂ ਝੋਨਾ ਜਿਹੜਾ ਸੀ ਉਹ ਝੋਨੇ ਦੀ ਪੈਦਾਵਾਰ ਨਹੀਂ ਹੁੰਦੀ, ਐਂਡ the rice mills were silenced, ਜਦੋਂ ਚੌਲਾਂ ਦੀਆਂ ਜਿਹੜੀਆਂ ਫੈਕਟਰੀਆਂ ਜਾਂ ਮਿਲਸ ਜਿਹੜੀਆਂ ਹੁੰਦੀਆਂ ਵਾ ਉਹ ਬੰਦ ਹੋ ਜਾਂਦੀਆਂ। ਵੈਨ ਪੀਪਲ ਲੁੱਕਡ ਹੋਲੋਡ ਆਈ ਐਂਡ ਹਾਫ ਡੈਡ, ਫਿਰ ਲੋਕ ਜਿਹੜੇ ਸੀਗੇ ਉਹ ਲਲਚਾਈਆਂ ਅੱਖਾਂ ਦੇ ਨਾਲ, ਭੁੱਖੀਆਂ ਅੱਖਾਂ ਦੇ ਨਾਲ ਵੇਖਦੇ, ਐਂਡ ਹਾਫ ਡੈਡ, ਅੱਧ ਮਰੇ ਹੋ ਜਾਂਦੇ। ਬਟ ਈਵਨ ਦੈਨ ਹੀ ਨੈਵਰ ਕਲੋਜ਼ਡ ਹਿਸ ਸ਼ੋਪ, ਇਹੋ ਜਿਹੇ ਦੌਰ ਵਿੱਚ ਵੀ ਉਹ ਆਪਣੀ ਦੁਕਾਨ ਕਦੇ ਵੀ ਬੰਦ ਨਹੀਂ ਸੀ ਕਰਦਾ। If he didn't find stuff for 20 baskets, ਜੇਕਰ ਉਹ 20 ਟੋਕਰੀਆਂ ਜਿਹੜੀਆਂ ਸੀਗੀਆਂ ਚੌਲਾਂ ਦੀਆਂ ਨਹੀਂ ਸੀ ਭਰੀਆਂ ਲੱਭ ਲੈਂਦਾ, he scoured the countryside and filled at least 2 baskets। ਉਹ ਫਿਰ ਆਪਣੇ ਪਿੰਡਾਂ ਦੇ ਜਿਹੜੇ ਆਲੇ ਦੁਆਲਿਓਂ ਕਿਤੋਂ ਲੱਭ ਕੇ ਸਕੋਰਡ, ਘੁੰਮਣਾ, ਆਪਣੇ ਪਿੰਡਾਂ ਦੇ ਆਲੇ ਦੁਆਲੇ ਕਿਤੋਂ ਨਾ ਕਿਤੋਂ ਘੁੰਮ ਕੇ ਉਹ ਜਿਹੜੀਆਂ ਸੀਗੀਆਂ 20 ਬਾਸਕਟਸ ਜਿਹੜੀਆਂ ਉਹ ਇਕੱਠੀਆਂ ਕਰ ਲੈਂਦਾ, ਐਂਡ ਫਿਲਡ ਐਟ ਲੀਸਟ 2 ਬਾਸਕਟ, ਤੇ 2 ਉਹਨਾਂ ਨੂੰ ਭਰ ਕੇ ਜਿਹੜੀਆਂ ਸੀ ਭਰ ਕੇ ਰੱਖ ਲੈਂਦਾ, ਐਂਡ ਸੋਲਡ ਦੈਮ, ਉਹਨਾਂ ਨੂੰ ਫਿਰ ਉਹ ਵੇਚ ਲੈਂਦਾ। ਦੇਰ ਵਰ ਟਾਈਮਸ ਵੈਨ ਦਾ ਹਾਰਵੈਸਟ ਵਾਜ਼ ਸੋ ਰਿਚ, ਕਈ ਵਾਰ ਇਹੋ ਜਿਹਾ ਟਾਈਮ ਆ ਜਾਂਦਾ ਕਿ ਜਦੋਂ ਪੈਦਾਵਾਰ ਜਿਹੜੀ ਸੀਗੀ, ਜਿਹੜੀ ਕਟਾਈ ਬਹੁਤ ਵਧੀਆ ਹੁੰਦੀ, he could hardly accept a quarter of the grain that was offered। ਬੜੀ ਮੁਸ਼ਕਲ ਦੇ ਨਾਲ ਉਹ ਚੌਥਾ ਹਿੱਸਾ ਵੀ ਜਿਹੜਾ ਉਹਨੂੰ ਚੌਲਾਂ ਦਾ ਜਿਹੜਾ ਮਿਲਦਾ ਜਾਂ ਆਫਰ ਉਹ ਜਿਹੜਾ ਸੀ ਮਿਲਦਾ ਸੀਗਾ ਉਹਨੂੰ ਐਕਸੈਪਟ ਕਰਦਾ ਸੀ, ਉਹਨੂੰ ਪ੍ਰਵਾਨ ਕਰਦਾ। ਵੈਨ ਇਟ ਸੀਮਡ ਆ ਫੂਲਸ ਬਿਜ਼ਨਸ ਟੂ ਬੀ, ਹੋ ਸਕਦਾ ਹੈ ਕਿ ਕਿਸੇ ਨੂੰ ਇਹ ਮੂਰਖਤਾ ਵਾਲਾ ਧੰਦਾ ਲੱਗੇ। ਸੈਲਿੰਗ ਰਾਈਸ, ਰਾਈਸ ਵੇਚਣ ਦਾ ਮੂਰਖਤਾ ਵਾਲਾ ਧੰਦਾ ਲੱਗੇ। ਇਫ ਯੂ ਸੋਲਡ ਰਾਈਸ ਆਲ ਡੇ ਐਂਡ ਨਾਈਟ ਯੂ ਕੁਡ ਨਾਟ ਹੋਪ ਫੋਰ ਆ ਪ੍ਰੋਫਿਟ ਆਫ ਈਵਨ 50 ਰੁਪੀਜ਼। ਜੇਕਰ ਤੁਸੀਂ ਇਸ ਤਰ੍ਹਾਂ ਕਰੋਗੇ ਤੇ ਦਿਨ ਰਾਤ ਚੌਲ ਵੇਚ ਕੇ ਵੀ 50 ਰੁਪਏ ਦਾ ਮੁਨਾਫਾ ਵੀ ਤੁਸੀਂ ਕਮਾਉਣ ਦੀ ਉਮੀਦ ਨਹੀਂ ਕਰ ਸਕਦੇ। ਦੇ ਕਾਲਡ ਇਟ ਡਿਪਰੈਸ਼ਨ ਇਨ ਦਾ ਟ੍ਰੇਡ। ਡਿਪਰੈਸ਼ਨ, ਇੱਥੇ ਇੱਕ ਵਰਡ ਆ ਰਿਹਾ ਹੈ ਡਿਪਰੈਸ਼ਨ, ਜਿਹੜਾ ਵਾ ਆਮ ਤੌਰ 'ਤੇ ਇੱਕ ਦਿਮਾਗੀ ਬਿਮਾਰੀ ਨੂੰ ਵੀ ਆਖਿਆ ਜਾਂਦਾ ਹੈ, ਪਰ ਇੱਥੇ ਇੱਕ ਇਕਨੋਮਿਕਲ ਵਰਡ ਯੂਜ਼ ਹੋਇਆ ਵਾ ਚੈਪਟਰ ਦੇ ਕੰਟੈਂਟ ਦੇ ਮੁਤਾਬਕ। ਇੱਥੇ ਜਿਹੜਾ ਵਰਡ ਯੂਜ਼ ਹੋਏਗਾ ਉਹ ਹੋਏਗਾ ਆਰਥਿਕ ਗਿਰਾਵਟ। ਇੱਥੇ ਜਦੋਂ ਵਪਾਰ ਦੇ ਵਿੱਚ ਘਾਟਾ ਪੈ ਰਿਹਾ ਹੁੰਦਾ ਵਾ, ਜਦੋਂ ਬਾਜ਼ਾਰਾਂ ਦੇ ਵਿੱਚ ਮੰਦੀ ਦਾ ਦੌਰ ਚੱਲ ਰਿਹਾ ਹੁੰਦਾ ਵਾ, ਤੇ ਉਹਦੇ ਵਾਸਤੇ ਇਹ ਸ਼ਬਦ ਵਰਤਿਆ ਜਾਂਦਾ ਵਾ ਡਿਪਰੈਸ਼ਨ, ਯਾਨੀ ਕਿ ਆਰਥਿਕ ਗਿਰਾਵਟ ਜਾਂ ਫਿਰ ਆਰਥਿਕ ਮੰਦੀ। ਤੇ ਫਿਰ ਉਹ ਇਸ ਚੀਜ਼ ਨੂੰ ਕੀ ਬੋਲਦੇ ਕਿ ਵਪਾਰ ਦੇ ਵਿੱਚ ਗਿਰਾਵਟ। ਬਟ ਸੁਬਾਇਆ ਸਰਵਾਈਵਡ ਆਲ ਅਪਸ ਐਂਡ ਡਾਊਨਸ, ਪਰ ਸੁਬਿਆ ਦੇ ਕੋਲ ਇੱਕ ਮਹਾਰਤ ਸੀ ਜਿਉਂਦੇ ਰਹਿਣ ਦੀ। ਸਰਵਾਈਵਡ ਵਰਡ ਮੀਨਿੰਗ 'ਚ ਆਲਰੇਡੀ ਆਪਾਂ ਡਿਸਕਸ ਕਰ ਚੁੱਕੇ ਹਾਂ, ਦੁਬਾਰਾ ਦੱਸਣ ਦੀ ਜ਼ਰੂਰਤ ਨਹੀਂ ਆ ਕਿ ਜਿਉਂਦੇ ਰਹਿਣ ਲਈ ਸਰਵਾਈਵ ਕਰਨ ਵਾਸਤੇ ਉਹ ਕਈ ਤਰ੍ਹਾਂ ਦੇ ਜਿਹੜੇ ਸੀਗੇ ਸੁਬਿਆ, ਉਹਨੂੰ ਜਿਹੜੇ ਹੱਥ ਕੰਡੇ ਸੀਗੇ ਉਹਨੂੰ ਆਉਂਦੇ ਸੀ। ਰਾਈਸ ਵਾਜ਼ ਇਨ ਹਿਜ਼ ਬਲੱਡ, ਇੱਕ ਤਰ੍ਹਾਂ ਵੇਖਿਆ ਜਾਵੇ ਤੇ ਚਾਵਲ ਜਿਹੜੇ ਸੀ ਉਹਦੇ ਖੂਨ ਵਿੱਚ ਸੀ। ਹੀ ਹੈਡ ਸਰਵਡ ਐਜ਼ ਐਨ ਅਨਪੇਡ ਐਪ੍ਰੈਂਟਾਈਜ਼ ਵੈਨ ਹਿਜ਼ ਫਾਦਰ ਰੂਲਡ, ਜਦੋਂ ਉਹਦਾ ਪਿਤਾ ਇਹ ਵਪਾਰ ਕਰਦਾ ਸੀ ਤੇ ਉਹ ਬਿਨਾਂ ਤਨਖਾਹ ਤੋਂ ਉਹਨੇ ਜਿਹੜਾ ਸੀਗਾ ਆਪਣੀ ਦੁਕਾਨ ਦੇ ਉੱਪਰ, ਪਿਤਾ ਦੀ ਦੁਕਾਨ ਦੇ ਉੱਪਰ ਇਹ ਜਿਹੜਾ ਕੰਮ ਜਿਹੜਾ ਸੀਗਾ ਉਹਨੇ ਸਿੱਖਿਆ। ਦੋਜ਼ ਵਰ ਡੇਜ਼ ਵੈਨ ਸੁਬਿਆ ਲੋਟ ਦਾ ਰਾਈਸ ਬੈਗ, ਇਹ ਉਹ ਦਿਨ ਸੀਗੇ ਜਦੋਂ ਸੁਬਿਆ
ਚੌਲਾਂ ਦੇ ਜਿਹੜੇ ਥੈਲੇ ਹੁੰਦੇ ਆ ਜਾਂ ਬੋਰੇ ਹੁੰਦੇ ਆ, ਬੋਰੇ ਤੋੜੇ ਕਹਿ ਲਈਏ ਆਪਾਂ ਜਾਂ ਬੋਰੀਆਂ ਕਹਿ ਲਈਏ, ਦੋਜ਼ ਵਰ ਡੇਜ਼ ਵੈਨ ਸੁਬਈਆ ਲੋਟਡ ਦਾ ਰਾਈਸ ਬੈਗਸ, ਉਹਨਾਂ ਨੂੰ ਇਕੱਠੇ ਕਰਦਾ ਸੀ, ਭਰਦਾ ਸੀ। ਲੋਟ ਭਰਨਾ ਜਾਂ ਇਕੱਠੇ ਕਰਨਾ। ਹੀ ਲੌਂਗਡ ਫॉर द ਕਰਾਊਡਡ ਸਟਰੀਟਸ, ਜਿਸ ਤਰ੍ਹਾਂ ਦੀ ਉਹਦੀ ਬਚਪਨ ਦਾ ਦੱਸ ਰਹੇ ਹਾਂ, ਬਚਪਨ ਵਿੱਚ ਹਰ ਇੱਕ ਦੀ, ਜੇਕਰ ਮੈਂ ਵੀ ਹੋਵਾਂ, ਛੋਟਾ ਹੋਵਾਂ, ਜਿਸ ਤਰ੍ਹਾਂ ਕਿ ਉਹ ਆਪਾਂ ਵੇਖਿਆ ਕਿ ਜਦੋਂ ਛੋਟਾ ਸੀਗਾ ਤੇ ਉਹ ਬਿਨਾਂ ਤਨਖਾਹ ਤੋਂ ਉਹਦੇ ਜਿਹੜਾ ਸੀਗਾ ਦੁਕਾਨ ਦੇ ਉੱਤੇ ਉਹਨੂੰ ਕੰਮ ਕਰਨਾ ਪੈਂਦਾ ਸੀ। ਹੀ ਲੌਂਗਡ, ਉਹ ਉਡੀਕਦਾ ਰਹਿੰਦਾ। ਕੀ ਉਡੀਕਦਾ ਰਹਿੰਦਾ? ਫॉर द, ਲੌਂਗਡ ਮੀਨ ਉਡੀਕਣਾ, ਤੇ ਇੱਥੇ ਲੌਂਗਡ ਥਰਡ ਵਰਬ ਜਿਹੜੀ ਹੈ ਇੱਥੇ ਲੌਂਗਡ ਆਈ ਹੈ। ਉਹ ਉਡੀਕਦਾ। ਫॉर द ਕਰਾਊਡਡ ਸਟਰੀਟ, ਭੀੜ ਭੜੱਕੇ ਵਾਲੀਆਂ ਗਲੀਆਂ ਹੋਣ, ਸਿਨੇਮੇ 'ਚ ਜਾਵਾਂ ਮੈਂ, ਫੁੱਟਬਾਲ ਦੇ ਮੈਚ ਖੇਡਾਂ, ਐਂਡ ਰੈਸਲਿੰਗ ਟੂਰਨਾਮੈਂਟਸ, ਅਤੇ ਕੁਸ਼ਤੀਆਂ ਜਿਹੜੀਆਂ ਵਾ ਪ੍ਰਤੀਯੋਗਤਾਵਾਂ ਜਿਹੜੀਆਂ ਵਾ ਉਹਨਾਂ ਨੂੰ ਮੈਂ ਵੇਖਾਂ। ਵਿਚ ਹੀ ਸੌ ਥਰੂ ਦਾ ਕਰਾਊਡਡ ਸ਼ਾਪ ਡੋਰ, ਪਰ ਉਹ ਸਿਰਫ ਕਿਸ ਤਰ੍ਹਾਂ ਵੇਖ ਸਕਿਆ ਉਹਨਾਂ ਨੂੰ? ਕਿਸ ਤਰ੍ਹਾਂ ਵੇਖ ਸਕਿਆ? ਭੀੜ ਭੜੱਕੇ ਵਾਲੀ ਦੁਕਾਨ ਦੇ ਦਰਵਾਜ਼ਿਆਂ ਦੇ ਵਿੱਚੋਂ ਦੀ ਹੀ ਉਹ ਵੇਖ ਸਕਿਆ। ਉਹਦੀਆਂ ਜਾਣੀ ਕਿ ਆਪਾਂ ਕਹਿ ਸਕਦੇ ਹਾਂ ਕਿ ਬਚਪਨ ਦੀਆਂ ਜਿਹੜੀਆਂ ਉਹਦੀਆਂ ਸੀਗੀਆਂ ਸਾਰੀਆਂ ਖਵਾਇਸ਼ਾਂ ਜਿਹੜੀਆਂ ਸੀਗੀਆਂ, ਉਹ ਜੋ ਚਾਹਤਾਂ ਹੀ ਉਹਦੀਆਂ, ਉਹ ਇੱਥੇ ਦੱਬੀਆਂ ਗਈਆਂ, ਕਿਉਂਕਿ ਉਹਨੂੰ ਆਪਣੇ ਪਿਤਾ ਦੀ ਦੁਕਾਨ ਦੇ ਉੱਤੇ ਜਿਹੜਾ ਉਹਨੂੰ ਵਿਰਾਸਤ ਦੇ ਵਿੱਚ ਚੌਲਾਂ ਦੀ ਜਿਹੜੀ ਗੋਦਾਮ ਜਾਂ ਚੌਲਾਂ ਦੀ ਦੁਕਾਨ ਮਿਲੀ ਹੋਈ ਸੀ, ਉਸ 'ਤੇ ਉਹਨੂੰ ਬੈਠਣਾ ਪੈਂਦਾ ਸੀ ਅਤੇ ਆਪਣੇ ਪਿਤਾ ਵਾਂਗ ਉਹ ਵਪਾਰ ਜਿਹੜਾ ਸੀ ਉਹਨੂੰ ਕਰਨਾ ਪੈਂਦਾ ਸੀ। ਬਟ ਹਿਜ਼ ਫਾਦਰ ਮੋਰ ਔਰ ਲੈਸ ਕੈਪਟ ਹਿਮ ਚੇਨਡ ਟੂ ਦਾ ਸ਼ੌਪ, ਪਰ ਉਹਦਾ ਜਿਹੜਾ ਪਿਤਾ ਸੀ ਉਹਨੂੰ ਜੰਜੀਰ ਵਿੱਚ ਜਿਸ ਤਰ੍ਹਾਂ ਜਕੜ ਕੇ ਰੱਖੀਦਾ ਵਾ, ਇਸ ਤਰ੍ਹਾਂ ਉਹਨੂੰ ਦੁਕਾਨ ਦੇ ਉੱਤੇ ਰੱਖਦਾ ਸੀਗਾ। ਐਂਡ ਡਿਸਕਰੇਜਡ ਹਿਜ਼ ਆਊਟਸਾਈਡ ਇੰਟਰਸਟ, ਅਤੇ ਉਹਦੇ ਬਾਹਰ ਦੇ ਜਿਹੜੀਆਂ ਉਹਦੀਆਂ ਇੰਟਰਸਟਸ, ਡਿਸਕਰੇਜਡ ਹਿਜ਼ ਆਊਟਸਾਈਡ ਇੰਟਰਸਟ, ਉਹਦੀਆਂ ਜਿਹੜੀਆਂ ਨਿਰਾਸ਼ਤਾਵਾਂ ਹੀ ਉਹਦੇ ਹਾਸਲ ਲੱਗਦੀਆਂ ਸੀ, ਉਹਨੂੰ ਨਿਰਾਸ਼ ਕਰ ਦਿੰਦਾ ਸੀ। ਡਿਸਕਰੇਜਡ, ਨਿਰਾਸ਼ ਕੀਤਾ, ਨਿਰਾਸ਼ ਕਰਨਾ, ਡਿਸਕਰੇਜ ਨਿਰਾਸ਼ ਕਰਨਾ। ਪਾਸਟ ਫਾਰਮ ਜਿਹੜੀ ਆ ਤੀਸਰੀ, ਸੈਕਿੰਡ ਐਂਡ ਥਰਡ ਫਾਰਮ ਆਫ ਦਾ ਵਰਬ ਇਜ਼ ਡਿਸਕਰੇਜਡ, ਨਿਰਾਸ਼ ਕੀਤਾ। ਹਿਜ਼ ਆਊਟਸਾਈਡ ਇੰਟਰਸਟ, ਬਾਹਰੀ ਉਹਦੀਆਂ ਦਿਲਚਸਪੀਆਂ ਸੀ ਜਾਂ ਉਹਦੀਆਂ ਜਿਹੜੀਆਂ ਰੀਝਾਂ ਸੀਗੀਆਂ, ਉਹਨੂੰ ਨਿਰਾਸ਼ ਕਰ ਦਿੱਤਾ ਹੈ। ਬॉयਜ਼ ਸ਼ੁੱਡ ਬੀ ਹੌਰਸ ਵਿਪਡ ਇਫ ਦੇ ਆਰ ਨੋਟ ਟੂ ਬਿਕਮ ਬ੍ਰਾਈਗੈਂਟਸ। ਇੱਕ ਕੋਟੇਸ਼ਨ ਆ ਇੱਥੇ ਆਪਾਂ ਦੇਖ ਰਹੇ ਹਾਂ, ਦੇਖੋ ਇਨਵਰਟਰ, ਸਿੰਗਲ ਇਨਵਰਟਰ ਕੌਮੇ ਦੇ ਵਿੱਚ ਦਿੱਤੀ ਹੋਈ ਹੈ, ਇਹ ਕੋਟੇਸ਼ਨ ਹੁੰਦੀ ਆ। ਇਹ ਕੋਟੇਸ਼ਨ ਉਹਦੇ ਪਿਤਾ ਨੇ ਯੂਜ਼ ਕੀਤੀ ਉਹਦੇ ਵਾਸਤੇ। ਕੀ ਆ? ਬॉयਜ਼ ਸ਼ੁੱਡ ਬੀ ਹੌਰਸ ਵਿਪਡ, ਵੀ ਲੜਕਿਆਂ ਨੂੰ ਘੋੜੇ ਦੀ ਚਾਬਕ ਨਾਲ ਜਿਸ ਤਰ੍ਹਾਂ ਮਾਰੀਦਾ ਵਾ, ਉਸ ਤਰ੍ਹਾਂ ਮਾਰਿਆ ਜਾਣਾ ਚਾਹੀਦਾ ਵਾ। ਇਫ ਦੇ ਆਰ ਨੋਟ ਟੂ ਬਿਕਮ ਬ੍ਰਾਈਗੈਂਟ, ਬ੍ਰਾਈਗੈਂਟ ਮਤਲਬ ਜੇਕਰ ਉਹ ਤੁਹਾਡੀ ਗੱਲ ਜਿਹੜੀ ਆ, ਕਹਿਣਾ ਜਿਹੜਾ ਵਾ ਉਹ ਨਹੀਂ ਮੰਨਦੇ। He practiced this theory of child training with such steadfastness, ਇੱਥੇ ਇੱਕ ਨਿਊ ਵਰਡ ਆਇਆ, steadfastness ਦਾ ਮਤਲਬ ਹੁੰਦਾ ਆ ਕਾਇਮ ਰਹਿਣਾ, ਦ੍ਰਿੜ ਰਹਿਣਾ। He practiced this theory of child training, ਬੱਚਿਆਂ ਦੀ ਇਸ ਪ੍ਰਸ਼ਿਕਸ਼ਨ ਨੂੰ, ਬੱਚਿਆਂ ਦੇ ਇਸ ਪ੍ਰਸ਼ਿਕਸ਼ਨ ਦਾ ਜਿਹੜਾ ਸੀ ਮਾਪਦੰਡ ਸੀਗਾ, ਉਹਨੂੰ ਉਹ ਬੜੀ ਦ੍ਰਿੜਤਾ ਦੇ ਨਾਲ ਕਰਦਾ, ਕਾਇਮ ਰਹਿੰਦਾ। ਜੋ ਉਹਨੇ ਕਰਨਾ ਸੀ ਉੱਤੇ ਪੂਰਾ ਉਹ ਕਾਇਮ ਰਹਿੰਦਾ ਸੀ। ਦੈਟ ਇਨ ਡਿਊ ਕੋਰਸ ਦ ਲਿਟਲ ਮੈਨ ਹੈਡ ਨੋ ਆਈਜ਼ ਔਰ ਹੈਡ ਫॉर ਐਨੀਥਿੰਗ ਐਕਸੈਪਟ ਰਾਈਸ ਐਂਡ ਦ ਮਾਰਕੀਟ, ਤਾਂ ਕਿ ਇਨ ਡਿਊ ਕੋਰਸ, ਕੁਝ ਸਮੇਂ ਦੇ ਵਿੱਚ, ਛੋਟਾ ਜਿਹੜਾ ਲੜਕਾ ਹੈ, ਲਿਟਲ ਮੈਨ, ਹੈਡ ਨੋ ਆਈਜ਼ ਔਰ ਹੈਡ, ਉਹਦੀਆਂ ਅੱਖਾਂ ਤੇ ਦਿਮਾਗ ਦੇ ਵਿੱਚ ਹੋਰ ਕੁਝ ਨਾ ਆਵੇ। ਫॉर ਐਨੀਥਿੰਗ, ਕਿਸੇ ਵੀ ਚੀਜ਼, ਕੋਈ ਵੀ ਚੀਜ਼ ਜਿਹੜੀ ਆ ਉਹਦੇ ਦਿਮਾਗ 'ਚ ਜਾਂ ਉਹਦੀਆਂ ਅੱਖਾਂ 'ਚ, ਉਹਦੀਆਂ ਨਜ਼ਰਾਂ ਦੇ ਵਿੱਚ ਨਾ ਆਵੇ। ਐਕਸੈਪਟ ਰਾਈਸ ਐਂਡ ਦਾ ਮਾਰਕੀਟ, ਸਿਰਫ ਤੇ ਸਿਰਫ ਚੌਲਾਂ ਅਤੇ ਬਾਜ਼ਾਰ ਤੋਂ ਇਲਾਵਾ, ਸਿਰਫ ਬਾਜ਼ਾਰ ਤੇ ਚਾਵਲ ਹੀ ਉਹਦੇ ਦਿਮਾਗ ਵਿੱਚ ਆਉਣ। ਇਸ ਤਰ੍ਹਾਂ ਦਾ ਪ੍ਰਸ਼ਿਕਸ਼ਨ ਨੂੰ ਜਿਹੜਾ ਸੀ ਉਹਨੇ ਆਪਣੇ ਬੱਚੇ ਨੂੰ ਉਹਨੂੰ ਦਿੱਤਾ ਸੀ। ਵੈਨ ਹਿਜ਼ ਫਾਦਰ ਡਾਈਡ, ਫਿਰ ਜਦੋਂ ਉਹਦਾ ਪਿਤਾ ਮਰ ਗਿਆ, he slid in so nicely,
ਫਿਰ ਉਹਨੇ ਉਸ ਨੂੰ ਵਪਾਰ ਨੂੰ ਜਿਹੜਾ ਸੀਗਾ ਬੜਾ ਸੋਹਣੇ ਤਰੀਕੇ ਦੇ ਨਾਲ ਸੰਭਾਲ ਲਿਆ। ਸਲਿਡ ਸੰਭਾਲ ਲੈਣਾ, ਇਨ ਸੋ ਨਾਈਸਲੀ, ਬੜੇ ਵਧੀਆ ਤਰੀਕੇ ਨਾਲ ਉਹਨੇ ਸੰਭਾਲ ਲਿਆ। that nobody noticed the difference, ਕਿ ਕਿਸੇ ਨੂੰ ਪਤਾ ਨਹੀਂ ਲੱਗਾ ਵੀ ਉਹਨਾਂ ਵਿੱਚ ਕੋਈ ਅੰਤਰ ਹੀ ਨਹੀਂ ਸੀ, ਯਾਨੀ ਕਿ ਹੂ ਬਹੂ ਉਹ ਆਪਣੇ ਪਿਤਾ ਦੇ ਵਾਂਗ ਹੀ ਨਿਕਲਿਆ। most people thought that the old man was still there counting cash, ਬਹੁਤੇ ਲੋਕੀ ਇਹੋ ਸੋਚਦੇ ਸੀ। most people think thought ਇੱਥੇ ਵਰਬ ਦੀ ਫਾਰਮ ਆਪਾਂ ਵੇਖ ਰਹੇ ਹਾਂ। think ਫਸਟ ਫਾਰਮ ਹੁੰਦੀ ਆ, thought ਸੈਕਿੰਡ ਥਰਡ ਫਾਰਮ ਜਿਹੜੀ thought think ਸੋਚਣਾ ਤੇ ਸੋਚਿਆ। most people thought, ਬਹੁਤੇ ਲੋਕਾਂ ਨੇ ਇਹ ਸੋਚਿਆ that the old man was still there, ਉਹ ਉਹਨਾਂ ਨੂੰ ਉਹੀ ਪੁਰਾਣਾ ਹੀ ਇਨਸਾਨ ਜਿਹੜਾ ਆਦਮੀ ਸੀ ਉੱਥੇ ਨਜ਼ਰ ਆ ਰਿਹਾ ਸੀ। ਕਾਊਂਟਿੰਗ ਕੈਸ਼, ਬਿਜ਼ਨਸ ਪ੍ਰੋਸਪਰਡ, ਤੇ ਉਹਨਾਂ ਦਾ ਜਿਹੜਾ ਧੰਦਾ ਸੀਗਾ, ਉਹਦਾ ਜਿਹੜਾ ਵਪਾਰ ਸੀਗਾ ਉਹ ਬਹੁਤ ਵਧਿਆ ਫੁੱਲਿਆ। ਪ੍ਰੋਸਪਰਡ ਮਤਲਬ ਵਧਿਆ ਫੁੱਲਿਆ। ਬਿਜ਼ਨਸ ਪ੍ਰੋਸਪਰਡ ਦਾ ਮਤਲਬ ਵਧਿਆ ਫੁੱਲਿਆ। Subaya kept 5 prized cows and buffaloes whose milk, curd and butter he and his wife and 5 children had day and night. ਸੁਬਿਆ ਨੇ 5 ਮੱਝਾਂ ਅਤੇ ਗਾਵਾਂ ਖਰੀਦੀਆਂ, ਜਿਨ੍ਹਾਂ ਦਾ ਦੁੱਧ, ਦਹੀਂ ਤੇ ਮੱਖਣ ਦੇ ਨਾਲ ਉਹ, ਉਹਦੀ ਪਤਨੀ ਤੇ ਉਹਦੇ 5 ਬੱਚੇ ਸੀਗੇ ਜਿਹੜੇ। ਇੱਕ ਗੱਲ ਹੁਣ ਆਪਾਂ ਨੂੰ ਪਤਾ ਲੱਗਦੀ ਆ ਉਹਦੀ ਫੈਮਿਲੀ ਬਾਰੇ, ਆਪਾਂ ਨੂੰ ਇੱਥੇ ਹੁਣ ਪਤਾ ਲੱਗ ਰਿਹਾ ਇਸ ਪੈਰਾਗ੍ਰਾਫ ਦੇ ਵਿੱਚ ਜੇਕਰ ਉਹਦੀ ਫੈਮਿਲੀ ਬਾਰੇ ਜਾਣਨਗੇ। ਇੱਕ ਸੁਬਿਆ, ਉਹਦੀ ਪਤਨੀ ਤੇ ਉਹਦੇ 5 ਬੱਚੇ। ਸੋ ਦਿਸ ਇਜ਼ ਨਿਊ ਥਿੰਗ ਵੀ ਲਰਨ ਇਨ ਦਿਸ ਪੈਰਾਗ੍ਰਾਫ। ਸੁਬਿਆ ਦੇ ਜਿਹੜੇ ਸੀਗੇ ਫੈਮਿਲੀ ਦੀ ਪੂਰੀ ਡਿਸਕ੍ਰਿਪਸ਼ਨ ਆਪਾਂ ਨੂੰ ਵੇਖਣ ਨੂੰ ਮਿਲ ਰਹੀ ਹੈ। ਸੁਬਿਆ kept 5 prized cows and buffaloes whose milk, ਜਿਨ੍ਹਾਂ ਦਾ ਦੁੱਧ, curd ਦਹੀਂ and butter ਮੱਖਣ he and his wife and 5 children had day and night, ਦਿਨ ਰਾਤ ਉਹਦੀ ਪਤਨੀ ਤੇ ਉਹਦੇ 5 ਬੱਚੇ ਸੀਗੇ ਤੇ ਉਹ ਦਿਨ ਰਾਤ ਉਹ ਖਾਇਆ ਕਰਦੇ। and then become rotund and balloon like, ਤੇ ਸਾਰੇ ਜਿਹੜੇ ਸੀਗੇ ਬੜੇ ਗੋਲ ਮਟੋਲ ਬਣ ਗਏ। he owned 30 acre of land in a nearby village, ਉਹਨੇ 30 ਏਕੜ ਜਗ੍ਹਾ ਜਿਹੜੀ ਸੀ ਪਿੰਡ ਦੇ ਲਾਗੇ ਹੋਰ ਲੈ ਲਈ। and visited at once a month to survey his possession, ਤੇ ਮਹੀਨੇ 'ਚ ਇੱਕ ਵਾਰੀ ਉਹ ਜਾਇਆ ਕਰਦਾ ਉਹਦੀ ਦੇਖ ਰੇਖ ਕਰਨ, ਉਹਦੀ ਪੁੱਛ ਪੜਤਾਲ ਕਰਨ ਕਿ ਉਹਦੀ ਜਿਹੜੀ ਜਾਇਦਾਦ ਹੈ ਕਿਸ ਤਰ੍ਹਾਂ ਚੱਲ ਰਹੀ ਹੈ। and make sure they were intact, ਸੁਰੱਖਿਅਤ। intact mean ਸੁਰੱਖਿਅਤ, ਨਵਾਂ ਵਰਡ ਇੱਥੇ ਆਇਆ ਹੈ intact। so before I proceed students, I'm just telling you that ਜਿਹੜੇ word meaning ਆਪਾਂ ਅੰਡਰਲਾਈਨ ਕਰ ਰਹੇ ਹਾਂ, ਪਲੀਜ਼ ਨੋਟ ਡਾਊਨ, ਇਹਨਾਂ ਨੂੰ ਲਿਖੋ ਤੇ ਇਹਨਾਂ ਨੂੰ ਲਰਨ ਕਰਨਾ, ਬਿਕੋਜ਼ vocabulary will make you perfect। and visited it once a month to survey his possessions and make sure they were intact, ਤੇ ਇਹ ਮਤਲਬ ਯਕੀਨਨ ਕਰਨ ਵਾਸਤੇ, ਇਹ ਮੰਨਣ ਵਾਸਤੇ ਕਿ ਉਹ ਸੁਰੱਖਿਅਤ ਹਨ। he lent money at exorbitant rates of interests, ਉਹ ਲੋਕਾਂ ਨੂੰ lent ਉਧਾਰ ਦੇਣਾ lent lent ਉਧਾਰ ਦੇਣਾ, ਉਹ ਲੋਕਾਂ ਨੂੰ ਪੈਸੇ ਉਧਾਰ ਦਿੰਦਾ ਸੀ ਜ਼ਿਆਦਾ ਵਿਆਜ ਦੇ ਉੱਪਰ। exorbitant rates of interest, ਜ਼ਿਆਦਾ ਵਿਆਜ ਦੇ ਉੱਪਰ ਉਹ ਲੋਕਾਂ ਨੂੰ ਜਿਹੜੇ ਸੀਗੇ ਉਹ ਪੈਸੇ ਦਿੰਦਾ ਸੀ। and if people failed to pay, ਜੇਕਰ ਲੋਕੀ ਨਾ ਦੇ ਪਾਉਂਦੇ, ਅਸਫਲ ਹੋ ਜਾਂਦੇ ਉਹਨੂੰ ਵਾਪਸ ਕਰਨ ਦੇ ਵਿੱਚ, he acquired their house, ਉਹ ਫਿਰ ਉਹਨਾਂ ਦੇ ਮਕਾਨਾਂ ਦੇ ਉੱਪਰ ਕੀ ਕਰਦਾ ਸੀਗਾ, acquired ਕਬਜ਼ਾ ਕਰ ਲੈਂਦਾ ਸੀਗਾ, ਹਥਿਆ ਲੈਣਾ,
ਐਕਵਾਇਰਡ ਕਰ ਲੈਣਾ, ਕਿਸੇ ਦੀ ਜ਼ਮੀਨ ਨੂੰ ਹਥਿਆ ਲੈਣਾ, ਕਿਸੇ ਦੇ ਮਕਾਨ ਨੂੰ ਹਥਿਆ ਲੈਣਾ। ਤੇ ਉਹ ਕੀ ਕਰਦਾ ਸੀਗਾ, ਲੋਕਾਂ ਦੇ ਘਰਾਂ ਨੂੰ ਹਥਿਆ ਲੈਂਦਾ ਸੀਗਾ, ਉਹਨਾਂ ਤੇ ਕਬਜ਼ਾ ਕਰ ਲੈਂਦਾ ਸੀ। ਹੀ ਬਿਕੇਮ ਸਵੋਲਨ ਵਿਦ ਮਨੀ, ਸਵੋਲਨ ਵਿਦ ਮਨੀ यानी कि बहुत रहीस हो गया। ही बिकेम स्वॉलन विद मनी, स्वॉलन विद मनी का इत्थे मतलब जोड़ निकलता है बहुत ज़्यादा रिच हो गया, बहुत रहीस हो गया वो। ही सेंट हिज चिल्ड्रन टू अ स्कूल, वो अपने बच्चों को उन्हें स्कूल भेजा। बॉट दैम ब्रोकेडेड कैप्स, ब्रोकेडेड, ब्रोकेडेड मतलब जरी वालियाँ, जरी दियाँ टोपियाँ, जरी दियाँ टोपियाँ। एंड वेलवेट कोट्स, वेलवेट यानी कि मखमली, वेलवेट यानी कि मखमली। ਵੈਲਵਟ यानी कि मखमली कोट, जरी दियाँ टोपियाँ ते मखमली कोट ਜਿਹੜੇ ਸੀਗੇ ਉਹਨਾਂ ਨੂੰ ਪਹਿਨਾਉਂਦਾ। ਐਂਡ ਪੇਡ ਆ ਹੋਮ ਟਿਊਟਰ, ਟਿਊਟਰ ਹੋਮ ਟਿਊਟਰ ਜਿਸ ਤਰ੍ਹਾਂ ਆਪਾਂ ਕਹਿੰਦੇ ਨਾ ਸਾਡਾ ਟਿਊਸ਼ਨ ਵਾਲਾ ਟੀਚਰ ਟਿਊਟਰ ਹੁੰਦਾ ਵਾ, ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਕਿ ਸਾਡਾ ਟਿਊਸ਼ਨ ਵਾਲਾ ਟੀਚਰ। ਐਂਡ ਪੇਡ ਆ ਹੋਮ ਟਿਊਟਰ, ਤੇ ਘਰ ਵਿੱਚ ਉਹਨੇ ਉਹਨਾਂ ਨੂੰ ਟਿਊਸ਼ਨ ਪੜ੍ਹਾਉਣ ਵਾਸਤੇ ਇੱਕ ਜਿਹੜਾ ਟੀਚਰ ਜਿਹੜਾ ਉਹ ਰੱਖਿਆ। ਟੂ ਸ਼ਾਊਟ ਦਾ ਲੈਸਨ ਐਟ ਦਾ ਟੌਪ ਆਫ ਹਿਜ਼ ਵੌਇਸ, ਤਾਂ ਕਿ ਉਹ ਹਾਲ ਦੇ ਵਿੱਚ ਉੱਚੀ ਆਵਾਜ਼ ਦੇ ਵਿੱਚ ਉਹਨਾਂ ਦਾ ਜਿਹੜਾ ਪਾਠ ਆ ਉਹਨੂੰ ਉਹ ਬੋਲੇ। ਐਵਰੀ ਈਵਨਿੰਗ ਅੰਡਰ ਅ ਲੈਂਪ ਇਨ ਦਾ ਹਾਲ, ਹਰ ਸ਼ਾਮ ਦੀਵੇ ਦੀ ਰੋਸ਼ਨੀ ਦੇ ਥੱਲੇ ਹਾਲ ਦੇ ਵਿੱਚ ਉੱਚੀ ਸਾਰੀ ਉਹਨਾਂ ਨੂੰ ਉਹਨਾਂ ਦਾ ਜਿਹੜਾ ਪਾਠ ਆ ਉਹ ਪੜ੍ਹਾਵੇ। ਹੀ ਲੋਡਡ ਹਿਜ਼ ਵਾਈਫ with gold ornaments and draped her in ਗਾਂਡੇ ਬਨਾਰਸ ਸਿਲਕ। ਉਹਨੇ ਆਪਣੀ ਲੋਡਡ ਲੱਦ ਦਿੱਤਾ, ਲੋਡ ਕਰਨਾ, ਲੱਦਣਾ, ਲੋਡਡ। ਹੀ ਲੋਡਡ ਹਿਜ਼ ਵਾਈਫ, ਉਹਨੇ ਆਪਣੀ ਪਤਨੀ ਨੂੰ ਲੱਦ ਦਿੱਤਾ ਕਾਹਦੇ ਨਾਲ, ਵਿਦ ਗੋਲਡ ornaments, ਸੋਨੇ ਦੇ ਗਹਿਣਿਆਂ ਦੇ ਨਾਲ। ਐਂਡ ਡਰੈਪਡ ਹਰ ਇਨ ਗਾਂਡੀ ਬਨਾਰਸੀ ਸਿਲਕ, ਤੇ ਉਹਨੂੰ ਕਾਹਦੇ ਚ ਲਪੇਟ ਦਿੱਤਾ ਉਹਨੇ, ਡਰੈਪ ਪਹਿਨਾਣਾ, ਪਹਿਰਾਵਾ। ਬਨਾਰਸੀ ਦੀਆਂ ਸਿਲਕ ਦੀਆਂ ਸਾੜੀਆਂ ਦੇ ਵਿੱਚ ਉਹਨੇ ਲਪੇਟ ਦਿੱਤਾ, ਯਾਨੀ ਕਿ ਕੀਮਤੀ ਕੱਪੜਿਆਂ ਦੇ ਵਿੱਚ ਕੀਮਤੀ ਕੱਪੜੇ ਉਹ ਪਹਿਨਾਉਂਦਾ। ਹੀ ਐਡਡ ਔਨ ਟੂ ਹਿਜ਼ ਹਾਊਸ 2 more stories, ਉਹਨੇ 2 ਹੋਰ ਮੰਜ਼ਲਾਂ ਆਪਣੇ ਘਰ ਦੀਆਂ ਉੱਤੇ ਵਧਾ ਲਈਆਂ। ਐਂਡ ਸੈਵਰਲ ਹਾਲਸ, ਔਰ ਕਈ ਤਰ੍ਹਾਂ ਦੇ ਕਈ ਵੱਡੇ ਉਹਨੇ ਕਮਰੇ ਜਿਹੜੇ ਉਹ ਬਣਾ ਲਏ। ਐਂਡ ਪੇਂਟਡ ਆਲ ਦਾ ਵਾਲਸ ਵਿਦ ਅ ਥਿਕ ਬਲੂ ਆਇਲ ਪੇਂਟ, ਤੇ ਵਧੀਆ ਗਹਿਰੇ ਨੀਲੇ ਰੰਗ ਦੀਆਂ ਦੇ ਨਾਲ ਉਹਨੇ ਕੰਧਾਂ ਨੂੰ ਜਿਹੜਾ ਸੀਗਾ ਉਹ ਰੰਗ ਕਲੀਆਂ ਜਿਹੜੀਆਂ ਉਹਨੇ ਕਰ ਦਿੱਤੀਆਂ। ਐਂਡ ਕਵਰਡ ਦੈਮ ਵਿਦ ਹੰਡਰਡਸ ਆਫ ਪਿਕਚਰਸ ਆਫ ਗੋਡਸ ਇਨ ਗਿਲਟ ਫਰੇਮ, ਤੇ ਗਿਲਟ ਦੇ ਫਰੇਮਸ ਦੇ ਵਿੱਚ, ਫਰੇਮਾਂ ਦੇ ਵਿੱਚ ਜਿਹੜੀਆਂ ਸੀ ਉਹਨੇ ਆਪਣੇ ਦੇਵੀ ਦੇਵਤਿਆਂ ਦੀਆਂ ਜਿਹੜੀਆਂ ਉਹਨਾਂ ਦੇ ਗੋਡਸ ਸੀਗੇ ਜਿਨ੍ਹਾਂ ਨੂੰ ਪੂਜਾ ਕਰਦਾ ਸੀ, ਉਹਨਾਂ ਦੀਆਂ ਤਸਵੀਰਾਂ ਉਹਨੇ ਜਿਹੜੀਆਂ ਸੀ ਉਹਨਾਂ ਦੇ ਵਿੱਚ ਜੜ ਕੇ ਲਗਾ ਦਿੱਤੀਆਂ। ਆਲ ਡੇ ਹੀ ਸੈਟ ਬਾਈ ਹਿਜ਼ ਆਇਰਨ ਸੇਫ, ਸਾਰੀ ਦਿਹਾੜੀ, ਸੇਫ ਕੀ ਹੁੰਦੀ ਆ, ਤਿਜੋਰੀ, ਆਇਰਨ ਸੇਫ, ਇੱਕ ਸੇਫ ਆਪਾਂ ਵਰਡ ਪੜ੍ਹਦੇ ਹਾਂ ਬਚਾਓ, ਪਰ ਇਸ ਜਗ੍ਹਾ ਦੇ ਉੱਤੇ ਚੈਪਟਰ ਦੇ ਹਿਸਾਬ ਨਾਲ ਜਿਸ ਤਰ੍ਹਾਂ ਆਪਾਂ ਕੰਟੈਂਟ ਦੇ ਹਿਸਾਬ ਨਾਲ ਜਿਹੜੀ ਇੱਥੇ ਵਰਡ ਦਾ ਮੀਨਿੰਗ ਨਿਕਲ ਰਿਹਾ ਹੈ ਆਇਰਨ ਸੇਫ, ਆਇਰਨ ਸੇਫ ਹੁੰਦੀ ਆ ਲੋਹੇ ਦੀ ਤਿਜੋਰੀ। ਆਲ ਡੇ ਹੀ ਸੈਟ ਬਾਈ ਹਿਜ਼ ਆਇਰਨ ਸੇਫ, ਸਾਰਾ ਦਿਨ ਉਹ ਲੋਹੇ ਦੀ ਤਿਜੋਰੀ ਦੇ ਸਾਹਮਣੇ ਬੈਠਾ ਰਹਿੰਦਾ। ਐਂਡ ਕੈਪਟ ਸ਼ੋਵਿੰਗ ਮਨੀ ਇਨਟੂ ਇਟ, ਸ਼ੋਵਿੰਗ ਨੱਪ ਕੇ ਧੱਕਣਾ ਕਿਸੇ ਚੀਜ਼ ਨੂੰ, ਸ਼ੋਵਿੰਗ ਦਾ ਮਤਲਬ ਆ ਕਿਸੇ ਚੀਜ਼ ਨੂੰ ਠੂਸ ਕੇ ਨੱਪ ਕੇ ਧੱਕ ਕੇ ਭਰਨਾ। ਤੇ ਪੈਸੇ ਜਿਹੜੇ ਉਹਦੇ ਕੋਲ ਹੋਇਆ ਕਰਦੇ ਸੀ ਉਹਨੂੰ, ਉਸ ਪੈਸੇ ਨੂੰ ਉਹ ਉਹਦੇ ਵਿੱਚ ਧੱਕ ਕੇ ਉਹਨੂੰ ਉਹ ਭਰਦਾ ਸੀ। ਵਾਚਿੰਗ ਕਲੋਜ਼ਲੀ ਐਟ ਦ ਸੇਮ ਟਾਈਮ ਹਿਜ਼ ਅਸਿਸਟੈਂਟਸ ਮੈਸ਼ਰਿੰਗ ਆਊਟ ਰਾਈਸ, ਤੇ ਉਹਦੇ ਨਾਲ ਹੀ ਜਿਹੜੇ ਉਹਦੇ ਕਾਮੇ ਸੀਗੇ, ਅਸਿਸਟੈਂਟਸ, ਉਹਦੇ ਜਿਹੜੇ ਕਾਮੇ ਸੀਗੇ ਕੰਮ ਕਰਨ ਵਾਲੇ, ਉਹਦੇ ਸਹਾਇਕ ਜਿਹੜੇ ਉਹਨੇ ਰੱਖੇ ਹੁੰਦੇ ਸੀਗੇ ਅਸਿਸਟੈਂਟਸ,
ਵੈਸੇ ਤੇ ਕਾਮੇ ਬਣਦਾ ਵਾ, ਪਰ ਅਸਿਸਟੈਂਟ ਦਾ ਮਤਲਬ ਸਹਾਇਕ ਹੁੰਦਾ ਵਾ। ਕੰਟੈਂਟ ਦੇ ਹਿਸਾਬ ਨਾਲ ਇੱਥੇ ਜਿਹੜੇ ਉਹਦੇ ਕਾਮੇ ਆ, ਕੰਮ ਕਰਨ ਵਾਲੇ ਜਿਹੜੇ ਸੀਗੇ ਅਸਿਸਟੈਂਟ ਸਹਾਇਕ ਸੀਗੇ, ਉਹ ਮਤਲਬ ਇੱਥੇ ਬਣ ਰਿਹਾ ਵਾ। ਮੈਜਰਿੰਗ ਆਊਟ ਰਾਈਸ ਇਨਟੂ ਗਨੀ ਸੈਕਸ, ਜਿਹੜੇ ਉਹ ਤੋੜੇ ਭਰਦੇ ਸੀ ਜਾਂ ਬੋਰੀਆਂ ਭਰਦੇ ਸੀਗੇ ਚਾਵਲਾਂ ਦੀਆਂ, ਉਹਨਾਂ ਦੇ ਉੱਪਰ ਵੀ ਉਹ ਧਿਆਨ ਰੱਖਦਾ ਕਿ ਸਹੀ ਤਰੀਕੇ ਨਾਲ ਭਰ ਰਹੇ ਆ ਜਾਂ ਨਹੀਂ ਭਰ ਰਹੇ। ਹੀ ਲੈਡ ਅ ਸੈਟਿਸਫਾਈਂਗ ਲਾਈਫ, ਉਹ ਬੜਾ ਸੰਤੁਸ਼ਟ, ਸੈਟਿਸਫਾਈਂਗ ਦਾ ਮਤਲਬ ਹੁੰਦਾ ਵਾ ਸੰਤੁਸ਼ਟ। ਉਹ ਇੱਕ ਬੜਾ ਸੰਤੁਸ਼ਟ ਜੀਵਨ ਜੀ ਰਿਹਾ ਸੀ। देयर seemed no reason why it should not go on through eternity, ਇੱਥੇ ਕੋਈ ਵੀ ਜਿਹੜਾ ਵਾ ਕਾਰਨ ਨਹੀਂ ਲੱਗ ਰਿਹਾ। why it should not go on through eternity, ਇੱਥੇ ਅਜੇ ਤੱਕ ਤਾਂ ਇਹੋ ਜਿਹਾ ਕੋਈ ਕਾਰਨ ਨਹੀਂ ਲੱਗ ਰਿਹਾ। ਜਿਸ ਤਰ੍ਹਾਂ ਦਾ ਆਪਾਂ ਉਹਦਾ ਲਾਈਫ ਸਟਾਈਲ, ਉਹਦਾ ਰਹਿਣ ਸਹਿਣ, ਉਹਦੀ ਹਰ ਇੱਕ ਜਿਹੜੀ ਚੀਜ਼ ਆਪਾਂ ਵੇਖ ਰਹੇ ਹਾਂ, ਉਹਦਾ ਘਰ-ਬਾਰ ਵੇਖਿਆ, ਹਰ ਕੁਝ ਵੇਖਿਆ, ਉਸ ਹਿਸਾਬ ਦੇ ਨਾਲ ਇੱਥੇ ਮਤਲਬ ਕਹਿਣ ਦਾ ਭਾਵ ਆ, ਜਿਹੜਾ ਆਥਰ ਕਹਿ ਰਿਹਾ ਵਾ, देयर seemed no reason, ਇੱਥੇ ਕੋਈ ਕਾਰਨ ਨਹੀਂ ਲੱਗ ਰਿਹਾ। why it should not go on through eternity, ਇੱਥੇ ਇੱਕ ਵਰਡ ਆਇਆ ਵਾ eternity, eternity ਮਤਲਬ ਕਿ ਹਮੇਸ਼ਾ ਤੱਕ, ਅਨੰਤ ਕਾਲ ਤੱਕ। why it should not go on through eternity, ਕਿ ਅਨੰਤ ਕਾਲ ਤੱਕ ਕਿਉਂ ਨਹੀਂ ਜਾਣਾ ਚਾਹੀਦਾ। ਜੋ ਕੁਝ ਉਹਦਾ ਬਣ ਗਿਆ, ਜੋ ਕੁਝ ਉਹਨੇ ਬਣਾ ਲਿਆ, ਜੋ ਕੁਝ ਉਹਨੇ ਖੱਟ ਲਿਆ, ਤੇ ਅਨੰਤ ਕਾਲ ਤੱਕ ਕਿਉਂ ਨਹੀਂ ਜਾਣਾ ਚਾਹੀਦਾ। ਇੱਥੇ ਕੋਈ ਰੀਜ਼ਨ ਅਜੇ ਤੱਕ ਤਾਂ ਕੋਈ ਮਤਲਬ ਕਾਰਨ ਨਜ਼ਰ ਨਹੀਂ ਆ ਰਿਹਾ। ਦ ਸੇਮ ਸੈਟ ਆਫ ਐਕਟੀਵਿਟੀਜ਼ ਐਂਡ ਇੰਟਰਸਟ ਗੋਇੰਗ ਔਨ ਐਂਡ ਵਨ ਔਰ ਦ ਅਦਰ of his sons to acquire his shape and appearance and continue the family business, ਇਸ ਤਰ੍ਹਾਂ ਉਹਦੀਆਂ ਜਿਹੜੀਆਂ ਸੀਗੀਆਂ ਲਗਾਤਾਰ ਉਹਦੀਆਂ ਜਿਹੜੀਆਂ ਐਕਟੀਵਿਟੀਜ਼, ਉਹਦੇ ਜਿਹੜੇ ਕਿਰਿਆ ਕਲਾਪ ਸੀਗੀਆਂ, ਉਹਦਾ ਰੋਜ਼ ਦਾ ਜਿਹੜਾ ਕੰਮ ਸੀਗਾ, ਐਕਟੀਵਿਟੀਜ਼, ਕਿਰਿਆਵਾਂ ਜਿਹੜੀਆਂ ਸੀਗੀਆਂ ਉਹਦੀਆਂ ਚੱਲਦੀਆਂ ਗਈਆਂ। ਉਹਦਾ ਜਿਹੜੀਆਂ ਦਿਲਚਸਪੀਆਂ ਹੋਰ ਅੱਗੇ ਦੀ ਅੱਗੇ ਵਧਦੀਆਂ ਗਈਆਂ। ਗੋਇੰਗ ਔਨ ਚੱਲਦੀਆਂ ਰਹੀਆਂ, ਐਂਡ ਵਨ ਇੱਕ ਤੋਂ ਵੱਧ ਕੇ, ਐਂਡ ਅਦਰ ਇੱਕ ਤੋਂ ਵੱਧ ਕੇ ਇੱਕ, of his sons ਆਪਣੇ ਬੱਚਿਆਂ ਦੀਆਂ, to acquire his shape ਆਪਣੀ ਸ਼ੇਪ ਜਿਹੜੀ ਬੱਚਿਆਂ ਨੂੰ ਉਹ ਦਵੇ, ਆਪਣੇ ਰੰਗ ਵਿੱਚ ਆਪਣੇ ਬੱਚਿਆਂ ਨੂੰ ਵੀ ਰੰਗੇ। ਐਂਡ ਅਪੀਅਰੈਂਸ ਆਪਣੀ ਅਪੀਅਰੈਂਸ ਜਿਸ ਤਰ੍ਹਾਂ ਦੀ ਉਹਦੀ ਬਣਾਵਟ ਸੀ ਉਸ ਤਰ੍ਹਾਂ ਦੀ ਬਣਾਵਟ ਦੇ ਵਿੱਚ ਆਪਣੇ ਬੱਚਿਆਂ ਨੂੰ ਉਹ ਦੇ ਸਕੇ। ਐਂਡ ਕੰਟੀਨਿਊ ਦਾ ਫੈਮਿਲੀ ਬਿਜ਼ਨਸ, ਅਤੇ ਜਿਹੜੇ ਕਿ ਉਹਨਾਂ ਦਾ ਜਿਹੜਾ ਪਰਿਵਾਰਕ ਜਿਹੜਾ ਸੀ ਧੰਦਾ ਸੀਗਾ ਜਾਂ ਵਪਾਰ ਸੀਗਾ, ਉਹਨਾਂ ਨੂੰ ਉਹ ਅੱਗੇ ਲੈ ਜਾਣ। ਇਟ ਮਾਈਟ ਹੈਵ ਕੰਟੀਨਿਊਡ thus but for the war, ਹੋ ਸਕਦਾ, ਇਟ ਮਾਈਟ ਪਾਸਟ ਵਿੱਚ ਹੋ ਸਕਦਾ ਦਾ ਵਰਤਦੇ ਆਪਾਂ, ਮੇ ਦਾ ਮਾਈਟ ਵਰਤਦੇ ਹਾਂ ਪਾਸਟ ਦੇ ਵਿੱਚ ਆਪਾਂ, ਮੇ ਮਾਈਟ। ਇਟ ਮਾਈਟ ਹੈਵ ਕੰਟੀਨਿਊਡ, ਹੋ ਸਕਦਾ ਹੈ ਕਿ ਇਹ ਲਗਾਤਾਰ ਤੁਰਿਆ ਰਹਿੰਦਾ ਜਿਸ ਤਰ੍ਹਾਂ ਸੀ ਚੱਲਦਾ ਰਹਿੰਦਾ। ਦਸ ਬਟ ਫॉर द ਵਾਰ, ਪਰ ਇੱਥੇ ਇੱਕ ਯੁੱਧ ਛਿੜ ਜਾਂਦਾ ਹੈ। ਇਟ ਸੀਮਡ ਐਟ ਫਰਸਟ ਟੂ ਬੀ ਦ ਐਂਡ ਆਫ ਸਿਵਲਾਈਜੇਸ਼ਨ, ਪਹਿਲੋਂ ਇਸ ਤਰ੍ਹਾਂ ਲੱਗਾ ਕਿ ਜਿਵੇਂ ਸੱਭਿਅਤਾ ਦਾ ਅੰਤ ਹੀ ਹੋ ਜਾਵੇਗਾ। ਬਟ ਆਫਟਰ ਦ ਫਸਟ ਸ਼ੌਕ, ਪਹਿਲੇ ਝਟਕੇ ਤੋਂ ਬਾਅਦ, ਇਟ ਪ੍ਰੂਵਡ ਨਾਟ ਸੋ ਅਨਵੈਲਕਮ ਆਫਟਰ ਆਲ, ਫਿਰ ਇਹ ਸਾਬਤ ਹੋਇਆ ਜਾਂ ਇਹ ਪਤਾ ਲੱਗਾ, ਨਾਟ ਸੋ ਅਨਵੈਲਕਮ ਆਫਟਰ ਦੈਟ, ਕਿ ਅੱਗੇ ਜਿਹੜਾ ਵਾ ਇਸ ਤਰ੍ਹਾਂ ਦਾ ਸੇਮ ਜਿਹੜਾ ਵਾ ਉਹ ਨਹੀਂ ਚੱਲਣ ਜਾ ਰਿਹਾ। ਹਿਜ਼ ਪ੍ਰੋਫਿਟ ਪਾਈਲਡ ਅਪ as never before, piled ਨਵਾਂ ਸ਼ਬਦ ਇੱਥੇ ਆਪਾਂ ਨੂੰ ਵੇਖਣ ਨੂੰ ਮਿਲ ਰਿਹਾ ਹੈ, piled, P-I-L-E-D, ਪਾਇਲਡ ਹੁੰਦਾ ਵਾ ਇੱਕ ਤੋਂ ਇੱਕ ਜਿਹੜਾ ਵਾ ਵੱਧਦਾ ਜਾਣਾ, ਪਾਇਲਡ ਕਰ ਦੇਣਾ। ਜਿਵੇਂ ਮੰਨ ਲਓ ਗਲਾਸ ਹੁੰਦੇ ਆਪਣੇ ਕੋਲ 5-6 ਗਲਾਸ ਹੋਣ, ਜਦੋਂ ਆਪਾਂ ਗਲਾਸ ਇਕੱਠੇ ਕਰਦੇ ਹਾਂ ਇੱਕ ਦੇ ਵਿੱਚ ਇੱਕ ਫਸਾ ਕੇ ਆਪਾਂ ਉਹਨਾਂ ਨੂੰ ਪਾਇਲਡ ਕਰਦੇ ਹਾਂ। ਐਜ਼ ਨੈਵਰ ਬਿਫੋਰ, ਜਿਵੇਂ ਕਦੀ ਵੀ ਪਹਿਲੋਂ ਨਾਲੋਂ ਕਦੀ ਨਹੀਂ ਹੋਇਆ ਇਸ ਤਰ੍ਹਾਂ ਦਾ ਉਹਦਾ ਜਿਹੜਾ ਪ੍ਰੋਫਿਟ ਜਿਹੜਾ ਸੀਗਾ ਉਹ ਫਿਰ ਉਹਦਾ ਜਿਹੜਾ ਸੀਗਾ ਵਧਣ ਲੱਗ ਪਿਆ। ਸੈਗਨ ਐਂਡ ਬਰਮਾ ਸੀਜ਼ਡ ਟੂ ਸੈਂਡ ਰਾਈਸ, ਸੀਜ਼ਡ ਬੰਦ ਕਰ ਦੇਣਾ, CEASED, ਸੀਜ਼ਡ। ਸੈਗਨ ਤੇ ਬਰਮਾ ਨੇ ਜਿਹੜੇ ਸੀਗੇ ਚਾਵਲ ਭੇਜਣੇ ਬੰਦ ਕਰ ਦਿੱਤੇ। ਐਂਡ ਦੈਟ ਮੈਂਟ, ਇਹਦਾ ਮਤਲਬ ਇਹ ਸੀ, ਦ ਸਟਾਕ ਹੀ ਹੈਲਡ ਵਾਜ਼ ਵਰਥ ਇਟਸ ਵੇਟ ਇਨ ਗੋਲਡ। ਇੱਥੇ ਇਹਦਾ ਮਤਲਬ ਸੀ ਕਿ ਜਿਹੜੀ ਉਹਨੇ ਜਮ੍ਹਾਂਬੰਦੀ ਕਰ ਰੱਖੀ ਸੀ, ਜਿਹੜੀ ਜਮ੍ਹਾਂਖੋਰੀ ਉਹਨੇ ਕੀਤੀ ਹੋਈ ਸੀ ਆਪਣੇ ਚਾਵਲਾਂ ਦੀ, ਚਾਵਲ ਜਿਹੜੇ ਉਹਨੇ ਜਮ੍ਹਾਂ ਕੀਤੇ ਸੀ ਉਹ ਉਹਦੇ ਆਪਣੇ ਭਾਰ ਦੇ ਸੋਨੇ ਦੇ ਬਰਾਬਰ ਹੋ ਗਏ ਸੀ। ਪੀਪਲ ਫਲੌਕਡ ਟੂ ਹਿਸ ਸ਼ਾਪ,
at all hours ਲੋਕੀ ਝੁੰਡਾਂ ਦੇ ਝੁੰਡ ਬਣਾ ਕੇ ਉਹਦੀ ਦੁਕਾਨ ਦੇ ਉੱਤੇ ਸਾਰਾ ਦਿਨ ਆਉਂਦੇ। He bought the big house next door for a godown। ਉਹਨੇ ਇੱਕ ਹੋਰ ਵੱਡਾ ਘਰ ਆਪਣੇ ਘਰ ਤੋਂ ਅੱਗੇ ਇੱਕ ਹੋਰ ਉਹਨੇ ਵੱਡਾ ਜਿਹੜਾ ਸੀਗਾ ਘਰ ਖਰੀਦਿਆ ਉਹਨੂੰ ਗੋਦਾਮ ਬਣਾਉਣ ਵਾਸਤੇ। ਐਂਡ ਦੈਨ ਦ ਨੈਕਸਟ ਵਨ ਐਂਡ ਦ ਨੈਕਸਟ, ਫਿਰ ਇੱਕ ਤੋਂ ਜਿਹੜਾ ਸੀਗਾ ਇਸ ਤਰ੍ਹਾਂ ਉਹ ਖਰੀਦਦਾ ਗਿਆ। ਐਂਡ ਦੈਨ ਬੋਟ ਅ ਡੋਜ਼ਨ ਮੋਰ ਵਿਲੇजेस, ਤੇ 12 ਪਿੰਡ, ਡੋਜ਼ਨ ਯਾਨੀ ਕਿ 12 ਪਿੰਡ ਉਹਨੇ, ਇੱਕ ਦਰਜਨ ਪਿੰਡ, 12 ਪਿੰਡ ਉਹਨੇ ਹੋਰ ਜਿਹੜੇ ਸੀਗੇ ਉਹ ਖਰੀਦ ਲਏ। ਵਾਰ ਸੀਮਡ ਔਨ ਦਾ ਹੋਲ ਅ ਵੈਰੀ ਬੈਨੀਫੀਸ਼ੀਅਲ ਫੋਰਸ till the introduction of price and food control। war seemed on the whole यानी कि लग रहा सी, युद्ध लग रहा सी, किस तरह लग रहा सी, a very beneficial force till the introduction of, जिन्ना चिर के नियंत्रण बोर्ड जिहड़ा खाद नियंत्रण बोर्ड हुंदा वा उन्हां ने पैसा जिहड़ा सीगा उहदा जिहड़ा मुੱਲ निर्धारित नहीं कीता, उहदे तो पहलों जिहड़ा सीगा बड़ा फायदेमंद जिहड़ा सीगा ये लग रहा सीगा। For the first time in his life he was worried। हुण जदों चीज़ां दे सरकार ने मुੱਲ निर्धारित करते, खाद कंट्रोल बोर्ड ने जिहड़े सीगे मुੱਲ निर्धारित करते। For the first time in his life he was worried। अपनी जिंदगी च पहली बार वो चिंतित दिखा। worried वरी चिंता, worried past form, चिंतित होया या चिंतित दिखाई देता। जिंदगी च पहली बार for the first time in his life he was worried, जिंदगी च पहली बार वो चिंतित दिखाई देता। He could not see how anyone had the right to say what he should sell and at what rate। He could not see, वो नहीं वेख सकिया या नहीं लभ सकिया how anyone had the right, भी किसे कोल ये अधिकार किस तरह हो सकता है to say, ये कहन दा what he should sell and at what rate, कि कोई ਉਹਦੇ 'ਚ कितना इंटरफेरेंस कर सकता है भी ਕਿਹੜੇ ਭਾਅ ਨੂੰ ਚੌਲ ਵੇਚਣੇ ਚਾਹੀਦੇ ਆ ਤੇ ਕੀ ਉਹਨੂੰ ਵੇਚਣਾ ਚਾਹੀਦਾ ਤੇ ਕਿਹੜੇ ਭਾਅ ਵੇਚਣਾ ਚਾਹੀਦਾ। he felt happy, ਇੱਕ ਵਾਰ ਫਿਰ ਉਹ ਖੁਸ਼ ਹੋਇਆ। feel felt feel महसूस करना, feel felt past form। he felt happy, उन्हें बहुत खुशी महसूस की। when he heard someone say, ਜਦੋਂ ਉਹਨੇ ਕਿਸੇ ਨੂੰ ਕਹਿੰਦਿਆਂ ਹੋਇਆ ਸੁਣਿਆ the food department is a hoax, the government is making a mess of things। hoax ਕੀ ਮਤਲਬ ਹੁੰਦਾ ਵਾ ਜਸਟ ਕੀ ਆਪਾਂ ਕਹਿ ਸਕਦੇ ਛਲਾਵਾ, ਫਾਰਮੈਲਿਟੀ। ਜਦੋਂ ਉਹਨੇ ਕਿਸੇ ਨੂੰ ਇਹ ਕਹਿੰਦਿਆਂ ਸੁਣਿਆ ਕਿ ਜਿਹੜਾ ਖਾਦ ਡਿਪਾਰਟਮੈਂਟ ਆ ਜਾਂ ਭੋਜਨ ਵਿਭਾਗ ਆ, ਜਿਹੜਾ ਖਾਦ ਡਿਪਾਰਟਮੈਂਟ ਜਿਹੜਾ ਦੇਸ਼ ਦਾ ਹੁੰਦਾ ਵਾ, ਇਜ਼ ਆ ਹੋਕਸ, ਜਸਟ ਇੱਕ ਛਲਾਵਾ ਹੀ ਆ, ਇੱਕ ਵਿਖਾਵਾ ਹੀ ਆ। ਦ ਗੌਰਮੈਂਟ ਇਜ਼ ਮੇਕਿੰਗ ਅ ਮੈਸ ਆਫ ਥਿੰਗਸ, ਗੌਰਮੈਂਟ ਜਿਹੜੀ ਆ ਸਿਰਫ ਚੀਜ਼ਾਂ ਦੀ ਇੱਕ ਬਰਬਾਦੀ ਜਿਹੜੀ ਆ ਉਹ ਕਰ ਰਹੀ ਹੈ। ਸੋ ਦਿਸ ਇਜ਼ ਦਾ ਐਂਡ ਆਫ one part। our one part of the chapter is finished here। next part we will see in the next class। by that time goodbye all the students। I hope you will do the word meanings we have discussed। you will do the meanings, you will find the meanings we have underlined, and you will stay home, you will stay safe। all the best students, goodbye, see you in the next class।